ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ। ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਤੂੰ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸ਼ਰਨਾਈ ਜੀਓ। ਮੈਂ ਆਸਾ ਰੱਖੀ ਚਿਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਓ। ਜੀ ਜੰਤ ਕੇ ਠਾਕਰਾ ਸਰਬ ਚਿੰਤ ਤੁਧ ਪਾਸੇ। ਜੋ ਤਿਸ ਪਾਵੇ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ। ਆਪੇ ਹਰੀ ਇਕ ਰੰਗ ਹੈ ਆਪੇ ਬਹੁ ਰੰਗੀ। ਜੋ ਤਿਸ ਪਾਵੇ ਨਾਨਕਾ ਸਾਈ ਗਲ ਚੰਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਧ ਸੰਗਤ ਜੀ, ਅੱਜ ਆਪਾਂ 13ਵੀਂ ਅਸ਼ਟਪਦੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਹੜੀ ਸਬਾਏਮਾਨ ਹੈ, ਦਰਜ ਹੈ। ਔਰ ਇਸ ਬਾਣੀ ਦੇ ਵਿੱਚ ਗੁਰੂ ਸਾਹਿਬਾਨ ਨੇ ਸਾਨੂੰ ਕੀ ਉਪਦੇਸ਼ ਦਿੱਤਾ 13ਵੀਂ ਅਸ਼ਟਪਦੀ ਦੇ ਵਿੱਚ, ਉਹਦੇ ਸੰਬੰਧ ਵਿੱਚ ਆਪਾਂ ਜਿਹੜੀਆਂ ਵਾ ਆਪਣੀ ਤੁਸ਼ ਬੁੱਧੀ ਦੇ ਨਾਲ ਵਿਚਾਰਾਂ ਜਿਹੜੀਆਂ ਕਰਨੀਆਂ ਵਾ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿਰ ਤੇ ਮੇਰਾ ਭਰਿਆ ਹੱਥ ਰੱਖਣ ਤੇ ਸਾਨੂੰ ਸ਼ਬਦ ਅਰਥ ਕਰਨ ਦੀ ਜਿਹੜੀ ਸਮਰੱਥਾ ਬਖਸ਼ਣ। ਕਿਉਂਕਿ ਗੁਰੂ ਸੱਚੇ ਪਾਤਸ਼ਾਹ ਜਦੋਂ ਮਿਹਰ ਕਰਦਾ ਵਾ, ਪ੍ਰਮਾਤਮਾ ਜਦੋਂ ਮਿਹਰ ਕਰਦੇ ਨੇ, ਫਿਰ ਹੀ ਅਸੀਂ ਜਿਹੜੇ ਕਿਸੇ ਕੰਮ ਦੇ ਵਿੱਚ ਸਫਲ ਹੋ ਸਕਦੇ ਹਾਂ। ਔਰ ਆਪਾਂ ਵਿਚਾਰ ਜਿਹੜੀ ਆ, ਇਹ ਬਾਣੀ ਜਿਹੜੀ ਆ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਦੁਆਰਾ ਉਚਾਰੀ ਗਈ ਆ। ਔਰ 13ਵੀਂ ਅਸ਼ਟਪਦੀ ਦੇ ਵਿੱਚ ਸੰਤ ਦੀ ਜਿਹੜੀ ਆ ਸੋਭਾ ਕੀਤੀ ਆ। ਸੰਤ ਦੇ ਵਿੱਚ ਕੀ ਜਿਹੜੇ ਆ ਸ਼ਰਨ ਦੇ ਵਿੱਚ ਪੈਣ ਦੇ ਨਾਲ ਸਾਨੂੰ ਕੀ ਲਾਭ ਹੋ ਸਕਦੇ ਆ, ਸਾਡੇ ਜੀਵਨ ਦੇ ਵਿੱਚ ਕਿਵੇਂ ਜਿਹੜਾ ਵਾ ਨਿਖਾਰ ਆਉਣਾ ਵਾ, ਔਰ ਅਸੀਂ ਕਿਵੇਂ ਆਪਣੇ ਜੀਵਨ ਨੂੰ ਜਿਹੜਾ ਵਾ ਇਸ ਭਾਵ ਸਾਗਰ ਤੋਂ ਜਿਹੜਾ ਪਾਰ ਕਰਨਾ ਵਾ, ਔਰ ਇੱਕ ਚੰਗੇ ਗੁਰਮੁਖ ਸਿੱਖ ਜਿਹੜੇ ਗੁਰਮੁਖ ਬਣਨਾ, ਗੁਰਸਿੱਖ ਬਣਨਾ ਵਾ। ਸੋ ਉਹਦੇ ਸੰਬੰਧ ਦੇ ਵਿੱਚ ਆਪਾਂ ਜਿਹੜੀ ਆ ਅੱਜ ਵਿਚਾਰਾਂ ਜਿਹੜੀਆਂ ਕਰਨੀਆਂ ਵਾ। ਗੁਰੂ ਸਾਹਿਬ ਫਰਮਾਉਂਦੇ ਕਿ ਸੰਤ ਸਰਨ ਜੋ ਜਨ ਪਰੇ ਸੋ ਜਨ ਉਦਰ ਨਿਹਾਰ। ਕਹਿੰਦੇ ਜੋ ਮਨੁੱਖ ਸੰਤਾਂ ਦੀ ਸ਼ਰਨ ਪੈਂਦਾ ਹੈ ਉਹ ਮਾਇਆ ਦੇ ਬੰਧਨਾਂ ਤੋਂ ਬਚ ਜਾਂਦਾ ਹੈ। ਉਦਰ ਨਿਹਾਰ ਤੋਂ ਭਾਵ ਕੇ ਬਚ ਜਾਂਦਾ ਉਹ ਜਿਹੜਾ ਸੰਤਾਂ ਦੀ ਸ਼ਰਨ ਵਿੱਚ ਪੈਂਦਾ। ਕਿਉਂਕਿ ਸੰਤ ਜਿਹੜੇ ਆ ਪਰਮੇਸ਼ਰ ਦੇ ਨਾਲ ਮਿਲੇ ਹੁੰਦੇ ਆ ਔਰ ਇੱਕ ਪਰਮਾਤਮਾ ਦੇ ਨਾਲ ਜੋੜਦੇ ਆ। ਔਰ ਸੰਤ ਜਿਹੜੇ ਆ ਉਹ ਪਰਮਾਤਮਾ ਦੇ, ਉਹਨਾਂ ਦੇ ਵਿੱਚ ਨਿਮਰਤਾ, ਉਹਨਾਂ ਵਿੱਚ ਤਿਆਗ ਦੀ ਭਾਵਨਾ ਔਰ ਸੱਚਾਈ ਦਾ ਮਾਰਗ ਜਿਹੜਾ ਸੰਤਾਂ ਨੇ ਜਿਹੜਾ ਹੁੰਦਾ ਉਹਨਾਂ ਦੇ ਕੋਲ, ਕਹਿਣ ਤੋਂ ਭਾਵ ਕਿ ਇਸ ਰਸਤੇ 'ਤੇ ਚੱਲਦੇ ਆ। ਔਰ ਜਿਹੜੀ ਆ ਜਿਹੜਾ ਵੀ ਸੰਤਾਂ ਦੀ ਸ਼ਰਨ ਵਿੱਚ ਪੈਂਦਾ ਵਾ, ਗੁਰੂ ਮਹਾਰਾਜ ਫਰਮਾਉਂਦੇ ਨੇ ਕਿ ਉਹ ਮਨੁੱਖ ਜਿਹੜੇ ਆ ਮਾਇਆ ਦੇ ਬੰਧਨਾਂ ਤੋਂ ਬਚ ਜਾਂਦੇ ਆ। ਔਰ ਸੰਤ ਕੀ ਨਿੰਦਾ ਨਾਨਕਾ ਬੌਰ ਬੌਰ ਅਵਤਾਰ। ਗੁਰੂ ਸਾਹਿਬ ਫਰਮਾਉਂਦੇ ਆ ਕਿ ਜੇ ਸੰਤ ਦੀ ਜਿਹੜੀ ਨਿੰਦਾ ਕਰਨੀ ਆ ਨਾ, ਉਹ ਕਰਨ ਦੇ ਨਾਲ ਸਾਨੂੰ ਫਿਰ ਬਾਰ-ਬਾਰ ਜਿਹੜਾ ਵਾ ਜਨਮ ਲੈਣਾ ਪੈਂਦਾ। ਕਹਿਣ ਤੋਂ ਭਾਵ ਕਿ ਅਸੀਂ ਜਨਮ ਮਰਨ ਦੇ ਗੇੜ ਵਿੱਚ ਪੈ ਜਾਂਦੇ ਹਾਂ। ਸੋ ਸੰਤ ਦੀ ਨਿੰਦਿਆ ਕਰਨ ਦੇ ਨਾਲ ਮੁੜ ਮੁੜ ਜਿਹੜਾ ਇਨਸਾਨ ਜਿਹੜਾ ਵਾ ਉਹ ਕਈ ਜੂਨਾਂ ਵਿੱਚ ਜੰਮਦਾ ਵਾ, ਪੈਦਾ ਹੁੰਦਾ ਵਾ।
ਔਰ ਭਾਵ ਜਨਮ ਮਰਨ ਦੇ ਚੱਕਰ ਵਿੱਚ ਪੈ ਜਾਂਦਾ ਵਾ। ਇਸ ਕਰਕੇ ਸੰਤ ਦੀ ਨਿੰਦਿਆ ਜਿਹੜੀ ਆ ਉਹ ਸਾਨੂੰ ਕਦਾਚਿਤ ਨਹੀਂ ਕਰਨੀ ਚਾਹੀਦੀ, ਕਦੀ ਨਹੀਂ ਕਰਨੀ ਚਾਹੀਦੀ, ਕਿਉਂਕਿ ਸੰਤ ਦੀ ਨਿੰਦਿਆ ਕਰਨ ਦੇ ਨਾਲ ਅਸੀਂ ਮੁੜ ਜਿਹੜਾ ਵਾ ਉਹ ਜਨਮ ਮਰਨ ਦੇ ਚੱਕਰ ਵਿੱਚ ਜਿਹੜਾ ਵਾ ਪੈ ਜਾਵਾਂਗੇ। ਅਸ਼ਟਪਦੀ। ਸੰਤ ਕੇ ਦੂਖਨ ਯਾਰ ਜਾ ਘਟੇ। ਜੇਕਰ ਅਸੀਂ ਸਾਧ ਸੰਗਤ ਜੀ ਸੰਤ ਦੀ ਜਿਹੜੀ ਆ ਨਿੰਦਿਆ ਕਰਦੇ ਹਾਂ, ਦੂਖਣ ਤੋਂ ਭਾਵ ਹੁੰਦਾ ਨਿੰਦਾ ਕਰਨਾ। ਜੇਕਰ ਅਸੀਂ ਸੰਤਾਂ ਦੀ ਨਿੰਦਿਆ ਕਰਦੇ ਹਾਂ ਤੇ ਫਿਰ ਜਿਹੜੀ ਸਾਡੀ ਜਿਹੜੀ ਆ ਉਹ ਉਮਰ ਜਿਹੜੀ ਆ ਉਹ ਵਿਅਰਥ ਗੁਜ਼ਰਦੀ ਆ, ਭਾਵ ਕਿ ਸਾਡੀ ਜਿਹੜੀ ਸਵਾਸਾ ਰੂਪੀ ਪੂੰਜੀ ਜਿਹੜੀ ਆ ਉਹ ਬੇਕਾਰ ਹੀ ਚਲੀ ਜਾਂਦੀ ਹੈ। ਸੰਤ ਕੇ ਦੂਖਣ ਜਮ ਤੇ ਨਹੀਂ ਛੁੱਟੇ। ਔਰ ਸੰਤਾਂ ਦੀ ਜੇ ਨਿੰਦਿਆ ਕਰਾਂਗੇ, ਸੰਤ ਦੀ ਨਿੰਦਿਆ ਕੀਤਿਆਂ ਮਨੁੱਖ ਜਿਹੜਾ ਵਾ ਉਹ ਜਮਾਂ ਤੋਂ ਨਹੀਂ ਬਚ ਸਕਦਾ, ਭਾਵ ਉਹਨੂੰ ਜਮਾਂ ਦੀ ਮਾਰ ਪੈਂਦੀ ਆ। ਇਸ ਕਰਕੇ ਜਮਾਂ ਤੋਂ ਜੇ ਛੁਟਕਾਰਾ ਪਾਉਣਾ ਵਾ ਤੇ ਸਾਨੂੰ ਕਦੇ ਵੀ ਸੰਤ ਦੀ ਜਿਹੜੀ ਆ ਨਿੰਦਿਆ ਨਹੀਂ ਕਰਨੀ ਚਾਹੀਦੀ। ਸੰਤ ਕੇ ਦੂਖਣ ਸੁਖ ਸਭ ਜਾਏ। ਸੰਤ ਕੇ ਦੂਖਣ ਨਰਕ ਮੈਂ ਪਾਏ। ਸੰਤ ਦੀ ਨਿੰਦਿਆ ਕੀਤਿਆਂ ਸਾਡਾ ਸਾਰਾ ਜਿਹੜਾ ਸੁੱਖ ਆ ਉਹ ਨਾਸ਼ ਹੋ ਜਾਂਦਾ ਵਾ, ਖਤਮ ਹੋ ਜਾਂਦਾ ਵਾ, ਅਤੇ ਨਰਕ ਵਿੱਚ ਭਾਵ ਘੋਰ ਦੁੱਖਾਂ ਵਿੱਚ ਮਨੁੱਖ ਜਿਹੜਾ ਵਾ ਉਹ ਪੈ ਜਾਂਦਾ ਵਾ। ਸੋ ਇਸ ਕਰਕੇ ਸਾਨੂੰ ਕਦੇ ਵੀ ਜਿਹੜੀ ਆ ਸੰਤ ਦੀ ਜਿਹੜੀ ਆ ਨਿੰਦਿਆ ਨਹੀਂ ਕਰਨੀ ਚਾਹੀਦੀ। ਸੰਤ ਕੇ ਦੂਖਣ ਮਤ ਹੋਏ ਮਲੀਨ। ਸੰਤ ਦੇ ਦੂਖਣ, ਸੰਤ ਦੀ ਜੇਕਰ ਨਿੰਦਿਆ ਕਰਾਂਗੇ ਤੇ ਸਾਡੀ ਜਿਹੜੀ ਮੱਤ ਆ ਉਹ ਮੈਲੀ ਹੋ ਜਾਏਗੀ, ਭਾਵ ਕਿ ਮੰਦੀ ਹੋ ਜਾਏਗੀ, ਔਰ ਜਗਤ ਵਿੱਚ ਮਨੁੱਖ ਸੋਭਾ ਤੋਂ ਜਿਹੜਾ ਵਾ ਉਹ ਸੱਖਣਾ ਹੋ ਜਾਏਗਾ, ਉਹਨੂੰ ਕਦੀ ਸੋਭਾ ਨਹੀਂ ਮਿਲ ਸਕਦੀ। ਸੰਤ ਕੇ ਦੂਖਣ ਸੋਭਾ ਤੇ ਹੀਣ। ਉਹ ਮਨੁੱਖ ਜਿਹੜੇ ਆ ਕਦੇ ਵੀ ਜ਼ਿੰਦਗੀ ਦੇ ਵਿੱਚ ਕਿਸੇ ਪ੍ਰਸ਼ੰਸਾ ਨਹੀਂ ਉਹਨਾਂ ਦੀ ਹੁੰਦੀ, ਕਦੀ ਵਡਿਆਈ ਨਹੀਂ ਹੁੰਦੀ। ਜਿਹੜੇ ਮਨੁੱਖ ਸੰਤਾਂ ਦੀ ਜਿਹੜੀ ਆ, ਮਹਾਂਪੁਰਸ਼ਾਂ ਦੀ ਜਿਹੜੀ ਆ ਨਿੰਦਿਆ ਕਰਦੇ ਆ, ਇਸ ਕਰਕੇ ਸਾਨੂੰ ਕਦੇ ਵੀ ਜਿਹੜੀ ਆ ਸੰਤ ਮਹਾਂਪੁਰਸ਼ਾਂ ਦੀ ਜਿਹੜੀ ਪਰਮਾਤਮਾ ਦੇ ਨਾਲ ਜਿਹੜੇ ਜੁੜੇ ਹੋਏ ਆ ਉਹਨਾਂ ਦੀ ਕਦੇ ਵੀ ਨਿੰਦਿਆ ਨਹੀਂ ਕਰਨੀ ਚਾਹੀਦੀ। ਸੰਤ ਕੇ ਹਤੇ ਕੋ ਰੱਖੇ ਨਾ ਕੋਈ। ਗੁਰੂ ਮਹਾਰਾਜ ਫਰਮਾਉਂਦੇ ਆ, ਸੰਤ ਕੇ ਹਤੇ ਕੋ ਰੱਖੇ ਨਾ ਕੋਏ, ਸੰਤ ਕੇ ਦੂਖਣ ਥਾਨ ਭ੍ਰਸ਼ਟ ਹੋਏ। ਕਿ ਜੇਕਰ ਸੰਤ ਦੇ ਫਟਕਾਰੇ ਹੋਏ ਬੰਦੇ ਦੀ ਕੋਈ ਮਨੁੱਖ ਵੀ ਸਹਾਇਤਾ ਨਹੀਂ ਕਰ ਸਕਦਾ, ਕਿਉਂਕਿ ਜੇਕਰ ਸੰਤ ਜਿਹੜਾ ਵਾ ਉਹ ਕਿਸੇ ਨੂੰ, ਸਾਧ ਸੰਗਤ ਜੀ ਕਹਿੰਦੇ ਨੇ ਕਿ ਜਿਹੜਾ ਵਾ ਸਾਧਕਾ ਕਿਆ ਬਿਰਥਾ ਨਾ ਜਾਏ ਸੰਤ ਕਾ, ਕਿ ਇਹਨਾਂ ਦੇ ਜੇਕਰ ਇਹ ਕਿਸੇ ਨੂੰ ਫਟਕਾਰ ਦੇਣ ਤੇ ਫਿਰ ਉਹਨਾਂ ਨੂੰ ਜਿਹੜੀ ਆ ਨਰਕਾਂ ਵਿੱਚ ਢੋਈ ਮਿਲਦੀ। ਕਹਿਣ ਤੋਂ ਭਾਵ ਉਹਨਾਂ ਨੂੰ ਕਿਤੇ ਵੀ ਜਿਹੜੀ ਚੰਗੀ ਜਿਹੜੀ ਜਗ੍ਹਾ ਨਸੀਬ ਨਹੀਂ ਹੁੰਦੀ, ਉਹਨਾਂ ਦੀ ਕਿਤੇ ਵੀ ਜਿਹੜੀ ਸੋਭਾ ਨਹੀਂ ਹੋਣੀ, ਕੋਈ ਉਹਨਾਂ ਦੀ ਸਹਾਇਤਾ ਨਹੀਂ ਕਰਦਾ। ਇਸ ਕਰਕੇ ਸੰਤ ਕੇ ਦੂਖਣ ਥਾਨ ਭ੍ਰਿਸ਼ਟ ਹੋਏ, ਕਿਉਂਕਿ ਸੰਤ ਦੀ ਨਿੰਦਾ ਕੀਤਿਆਂ ਨਿੰਦਕ ਦਾ ਜਿਹੜਾ ਹਿਰਦਾ ਵਾ ਉਹ ਗੰਦਾ ਹੋ ਜਾਂਦਾ ਵਾ, ਮਲੀਨ ਹੋ ਜਾਂਦਾ ਵਾ, ਔਰ ਜਿਹੜਾ ਵਾ ਉਹ ਵਿਕਾਰਾਂ ਦੇ ਵਿੱਚ ਸੜ ਜਾਂਦਾ ਵਾ। ਸੰਤ ਕਿਰਪਾਲ ਕਿਰਪਾ ਜੇ ਕਰੇ, ਨਾਨਕ ਸੰਤ ਸੰਗ ਨਿੰਦਕ ਭੀ ਤਰੇ। ਗੁਰੂ ਸਾਹਿਬ ਫਰਮਾਉਂਦੇ ਨੇ ਕਿ ਜੇਕਰ ਸੰਤਾਂ ਦੀ, ਸੰਤ ਕਿਰਪਾਲ ਕਿਰਪਾ ਜੇ ਕਰੇ, ਜੇਕਰ ਕਿਰਪਾਲ ਸੰਤ ਜਿਹੜੇ ਆਪ ਕਿਰਪਾ ਕਰੇ ਤਾਂ ਸੰਤ ਦੀ ਜਿਹੜੀ ਸੰਗਤ ਕੀਤਿਆਂ ਜਿਹੜੇ ਨਿੰਦਕ ਵੀ ਆ ਉਹ ਵੀ ਪਾਪਾਂ ਤੋਂ ਜਿਹੜੇ ਆ ਬਚ ਜਾਂਦੇ ਆ।
ਸੋ ਸੰਤ ਕਰ ਜਿਹੜੇ ਆ ਜੇ ਆਪ ਕਿਰਪਾ ਕਰਨ ਤੇ ਫਿਰ ਜਿਹੜਾ ਨਿੰਦਕ ਆ ਉਹ ਵੀ ਤਰ ਜਾਂਦਾ ਵਾ, ਉਹ ਵੀ ਜਿਹੜਾ ਵਾ ਪਾਪਾਂ ਤੋਂ ਬਚ ਜਾਂਦਾ ਵਾ। ਜਿਹੜੇ ਮਨੁੱਖ ਉੱਤੇ ਸੰਤ ਦੀ ਜਿਹੜੀ ਆ ਦ੍ਰਿਸ਼ਟੀ ਜਿਹੜੀ ਆ ਚੰਗੀ ਪੈ ਜੇ, ਕਹਿਣ ਤੋਂ ਭਾਵ ਕਿ ਮਿਹਰ ਹੋ ਜੇ ਤੇ ਉਹ ਨਿੰਦਕ ਜਿਹੜਾ ਵਾ ਉਹ ਵੀ ਤਰ ਜਾਂਦਾ। ਸੰਤ ਕੇ ਦੂਖਣ ਤੇ ਮੁਖ ਭਵੇ, ਸੰਤ ਕੇ ਦੂਖਣ ਕਾਗਜੋਂ ਲਵੇ। ਸੰਤ ਦੀ ਨਿੰਦਾ ਕਰਨ ਦੇ ਨਾਲ ਨਿੰਦਕ ਦਾ ਚਿਹਰਾ ਜਿਹੜਾ ਵਾ ਉਹ ਭ੍ਰਸ਼ਟਿਆ ਜਾਂਦਾ ਵਾ, ਤੇ ਨਿੰਦਕ ਥਾਂ ਥਾਂ ਤੇ ਕਾਂ ਵਾਂਗ ਜਿਹੜਾ ਵਾ ਉਹ ਲਊ ਕਰਦਾ ਵਾ, ਨਿੰਦਾ ਕਰਨ ਦੇ ਬਚਨ ਕਰਦਾ ਫਿਰਦਾ ਵਾ। ਕਾਂ ਵਾਂਗ ਜਿਹੜਾ ਵਾ ਉਹ ਕਊ ਕਹਿਣ ਤੋਂ ਭਾਵ ਇਹ ਆ ਕਿ ਉਹਦੀ ਜਿਹੜੀ ਆ ਕਿ ਆਪਾਂ ਕਹਿ ਸਕਦੇ ਸਾਧ ਸੰਗਤ ਜੀ, ਜਿਵੇਂ ਕਾਂ ਰੌਲੀ ਨਹੀਂ ਹੁੰਦੀ, ਇਸੇ ਤਰ੍ਹਾਂ ਜਿਹੜੇ ਸੰਤਕ ਜਿਹੜੇ ਨਿੰਦਕ ਆ ਉਹ ਨਿੰਦਾ ਕਰਨ ਦੇ ਵਿੱਚ ਜਿਹੜੇ ਲੱਗੇ ਰਹਿੰਦੇ ਆ ਤੇ ਦੁਖੀ ਹੁੰਦੇ ਆ। ਸੰਤ ਕੇ ਦੂਖਣ ਸਰਪ ਜੋਨ ਪਾਈ, ਸੰਤ ਕੇ ਦੂਖਣ ਤ੍ਰਿਗਤ ਜੋਨ ਕਿਰਮਾਏ। ਜਿਹੜੇ ਸੰਤਣ ਕੇ ਦੁਖੀ ਜਿਹੜੇ ਆ ਉਹ ਸੱਪ ਦੀ ਜੋਨ ਪੈਂਦੇ ਆ, ਉਹ ਸੱਪ ਦੀ ਜੂਨ ਦੇ ਵਿੱਚ ਆਉਂਦੇ ਆ। ਸੰਤ ਦੀ ਨਿੰਦਾ ਕੀਤਿਆਂ ਜਿਹੜਾ ਖੋਟਾ ਸੁਭਾਅ ਬਣ ਜਾਂਦਾ ਤੇ ਮਨੁੱਖ ਜਿਹੜਾ ਵਾ ਉਹ ਸੱਪ ਦੀ ਜੂਨ ਵਿੱਚ ਪੈਂਦਾ ਵਾ। ਸੰਤ ਕੇ ਦੂਖਣ ਤ੍ਰਿਗਤ ਜੋਨ ਕਰਮਾਏ। ਤ੍ਰਿਗਤ ਹੁੰਦਾ ਵਾ ਟੇਢੀਆਂ ਜੂਨਾਂ, ਕਰਮਾਏ ਤੋਂ ਭਾਵ ਕੀੜੇ ਆਦਿ। ਕਿ ਜਿਹੜੇ ਸੰਤ ਦੀ ਜਿਹੜੀ ਨਿੰਦਿਆ ਕਰਦੇ ਆ ਉਹ ਟੇਢੀਆਂ ਜੂਨਾਂ ਵਿੱਚ ਪੈਂਦੇ ਆ। ਟੇਢੀਆਂ ਜੂਨਾਂ ਭਾਵ ਕਿ ਹੋਰ ਜਿਵੇਂ ਆਪਾਂ ਕਹਿ ਸਕਦੇ ਹਾਂ ਪਸ਼ੂਆਂ ਦੇ ਪੰਛੀਆਂ ਦੀਆਂ ਜਿਹੜੀਆਂ ਵਿੰਗੀਆਂ ਟੇਢੀਆਂ ਹੋਰ ਜੂਨਾਂ ਵਾ ਉਹਨਾਂ ਵਿੱਚ ਪੈਂਦੇ ਆ, ਔਰ ਕੀੜੇ ਮਕੌੜੇ ਜਿਹੜੇ ਬਣਦੇ ਆ। ਸੋ ਇਸ ਕਰਕੇ ਨਿੱਕੀਆਂ ਜੂਨਾਂ ਦੇ ਵਿੱਚ ਜਿਹੜਾ ਮਨੁੱਖ ਆ ਉਹ ਭਟਕਦਾ, 84 ਲੱਖ ਦੇ ਜਿਹੜਾ ਜੂਨਾਂ ਦੇ ਗੇੜ ਵਿੱਚ ਜਿਹੜਾ ਵਾ ਉਹ ਪੈ ਜਾਂਦਾ। ਸੰਤ ਕੇ ਦੂਖਣ ਤ੍ਰਿਸ਼ਨਾ ਮੈਂ ਜਲੈ, ਸੰਤ ਕੈ ਦੂਖਣ ਸਭ ਕੋ ਛਲੈ। ਸੰਤ ਦੀ ਨਿੰਦਿਆ ਕਰਨ ਦੇ ਨਾਲ ਜਿਹੜਾ ਨਿੰਦਕ ਆ ਤ੍ਰਿਸ਼ਨਾ ਦੀ ਅੱਗ ਵਿੱਚ ਸੜਦਾ ਵਾ, ਤੇ ਤ੍ਰਿਸ਼ਨਾ ਜਿਹੜੀ ਆ ਉਹ ਹਰੀ ਦੇ ਨਾਮ ਨਾਲ ਬੁਝਦੀ ਆ। ਇਸ ਕਰਕੇ ਜਿਹੜਾ ਨਿੰਦਕ ਆ ਉਹ ਜਦੋਂ ਸੰਤ ਦੀ ਨਿੰਦਿਆ ਕਰਦਾ ਵਾ, ਕਿਸੇ ਭਲੇ ਪੁਰਸ਼ ਦੀ ਜਦੋਂ ਨਿੰਦਿਆ ਕਰਦਾ ਵਾ ਤੇ ਫਿਰ ਉਹ ਜਿਹੜਾ ਵਾ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਉਹ ਇਨਸਾਨ ਜਿਹੜਾ ਸੜਦਾ ਵਾ। ਤੇ ਤ੍ਰਿਸ਼ਨਾ ਦੀ ਅੱਗ ਜਿਹੜੀ ਆ ਉਹ ਦੂਜੀ ਅੱਗ ਨਾਲੋਂ ਵੀ ਜਿਹੜੀ ਆ ਭੈੜੀ ਆ। ਇਹ ਹੌਲੀ ਬੰਦੇ ਨੂੰ ਜਿਹੜੀ ਆ ਤਬਾਹ ਕਰ ਦਿੰਦੀ, ਮਾਰ ਦਿੰਦੀ ਆ। ਤ੍ਰਿਸ਼ਨਾ ਦੇ ਵਿੱਚ ਬੰਦਾ ਸੜ ਕੇ ਜਿਹੜਾ ਵਾ ਸਾਰੀ ਉਮਰ ਸੜਦਾ ਰਹਿੰਦਾ, ਤੇ ਹਰੇਕ ਥਾਂ ਤੇ ਜਿਹੜਾ ਧੋਖਾ ਤੇ ਸੜਦਾ ਭੁੱਜਦਾ ਰਹਿੰਦਾ ਵਾ, ਤੇ ਹਰੇਕ ਮਨੁੱਖ ਨੂੰ ਜਿਹੜਾ ਧੋਖਾ ਦਿੰਦਾ ਫਿਰਦਾ ਵਾ, ਛਲਦਾ ਫਿਰਦਾ ਲੋਕਾਂ ਨੂੰ। ਸੰਤ ਕੇ ਦੂਖਣ ਸਭ ਕੁਛ ਛਲੇ, ਉਹ ਲੋਕਾਂ ਦੇ ਨਾਲ ਛਲ ਕਪਟ ਕਰਦਾ ਫਿਰਦਾ ਵਾ, ਆਪ ਵੀ ਦੁਖੀ ਹੁੰਦਾ ਤੇ ਲੋਕਾਂ ਨੂੰ ਵੀ ਦੁਖੀ ਕਰਦਾ। ਸੰਤ ਕੇ ਦੂਖਣ ਤੇਜ ਸਭ ਜਾਈ, ਸੰਤ ਕੇ ਦੂਖਣ ਨੀਚ ਨਚਾਈ। ਜਿਹੜਾ ਸੰਤ ਦੀ ਨਿੰਦਿਆ ਕਰਦਾ ਵਾ ਇਨਸਾਨ, ਉਹਦਾ ਤੇਜ ਪ੍ਰਤਾਪ ਜਿਹੜਾ ਵਾ ਨਸ਼ਟ ਹੋ ਜਾਂਦਾ। ਕਹਿਣ ਤੋਂ ਭਾਵ ਆ ਕਿ ਕੀਤਾ ਕਰਾਇਆ ਜਿਹੜਾ ਸਾਰਾ ਉਹਦਾ ਜਿਹੜਾ ਵਾ ਉਹ ਨਾਸ਼ ਹੋ ਜਾਂਦਾ। ਸੰਤ ਦੀ ਨਿੰਦਿਆ ਜਿਹੜਾ ਕੀਤਿਆਂ ਮਨੁੱਖ ਦਾ ਜਿਹੜਾ ਸਾਰਾ ਤੇਜ ਪ੍ਰਤਾਪ ਜਿਹੜਾ ਵਾ ਉਹ ਨਸ਼ਟ ਹੋ ਜਾਂਦਾ, ਗੁਣਹੀਣ ਹੋ ਜਾਂਦਾ ਉਹ ਬੰਦਾ, ਤੇ ਮਹਾ ਨੀਚ ਬਣ ਜਾਂਦਾ। ਨੀਚ ਨਚਾਏ ਤੋਂ ਭਾਵ ਮਹਾ ਨੀਚ ਹੋ ਜਾਂਦਾ ਵਾ, ਨੀਚਾਂ ਤੋਂ ਵੀ ਨੀਚ ਹੋ ਜਾਂਦਾ। ਇਸ ਕਰਕੇ ਸਾਨੂੰ ਭੁੱਲ ਕੇ ਵੀ ਸੰਤ ਦੀ ਜਿਹੜੀ ਨਿੰਦਿਆ ਨਹੀਂ ਕਰਨੀ ਚਾਹੀਦੀ। ਸੰਤ ਦੁਖੀ ਕਾ ਥਾਂ ਕੋ ਨਾਹੀਂ, ਕਿਤੇ ਥਾਂ ਨਹੀਂ ਮਿਲਦੀ ਉਹਨੂੰ, ਕਿਤੇ ਢੋਈ ਨਹੀਂ ਮਿਲਦੀ ਜਿਹੜਾ ਸੰਤ ਦੀ ਨਿੰਦਿਆ ਕਰਦਾ ਵਾ।
ਉਹ ਥਾਂ ਥਾਂ 'ਤੇ ਭਟਕਦਾ ਫਿਰਦਾ ਵਾ। ਉਹਦੇ ਹਿਰਦੇ ਵਿੱਚ ਕਦੀ ਵੀ ਚੈਨ ਨਹੀਂ ਆਉਂਦਾ, ਕਦੀ ਵੀ ਉਹਨੂੰ ਸਕੂਨ ਨਹੀਂ ਮਿਲਦਾ, ਕਦੀ ਵੀ ਉਹਨੂੰ ਆਤਮਿਕ ਸ਼ਾਂਤੀ ਨਹੀਂ ਮਿਲਦੀ। ਅਤੇ ਉਹ ਦਰ ਦਰ ਦੇ ਜਿਹੜੇ ਧੱਕੇ ਖਾਂਦਾ ਫਿਰਦਾ ਵਾ, ਭਟਕਦਾ ਫਿਰਦਾ ਵਾ, ਅਤੇ ਇੱਕ ਥਾਂ 'ਤੇ ਉਹਦੀ ਲਿਵ ਜਿਹੜੀ ਆ ਨਹੀਂ ਜੁੜਦੀ। ਨਾਨਕ ਸੰਤ ਭਾਵੇ ਤਾਂ ਓਏ ਭੀ ਗਤ ਪਾਹੀ। ਹਾਂ, ਗੁਰੂ ਮਹਾਰਾਜ ਫਰਮਾਉਂਦੇ ਨੇ ਕਿ ਹੇ ਨਾਨਕ, ਜੇ ਸੰਤ ਨੂੰ ਭਾ ਜੇ ਉਹ ਨਿੰਦਕ ਜਿਹੜਾ ਵਾ, ਅਤੇ ਫਿਰ ਉਹ ਵੀ ਗਤ ਪਾ ਸਕਦਾ ਵਾ। ਗਤ ਤੋਂ ਭਾਵ ਹੁੰਦਾ ਵਾ ਕਲਿਆਣ, ਮੋਖ, ਮੁਕਤੀ ਪਾ ਸਕਦਾ ਵਾ, ਜੇਕਰ ਜਿਹੜੀ ਸੰਤ ਦੀ ਜਿਹੜੀ ਆ ਦ੍ਰਿਸ਼ਟੀ ਜਿਹੜੀ ਆ ਉਹ 'ਤੇ ਜਿਹੜੀ ਚੰਗੀ ਹੋ ਜੇ। ਕਿਉਂਕਿ ਸੰਤਾਂ ਦੀ ਨਿੰਦਿਆ ਕਰਨ ਦਾ ਨਾਲ ਜਿਹੜਾ ਵਾ ਵਾਲਿਆਂ ਦਾ ਕੋਈ ਆਸਰਾ ਜਿਹੜਾ ਵਾ ਨਹੀਂ ਰਹਿੰਦਾ। ਪਰ ਹੇ ਨਾਨਕ, ਜੇ ਸੰਤਾਂ ਨੂੰ ਭਾਵੇ ਤਾਂ ਨਿੰਦਕ ਵੀ ਜਿਹੜੇ ਆ ਚੰਗੀ ਅਵਸਥਾ 'ਤੇ ਜਿਹੜੇ ਆ ਉਹ ਅੱਪੜ ਜਾਂਦੇ ਆ। ਅਤੇ ਇਸ ਕਰਕੇ ਸਾਨੂੰ ਜਿਹੜੀ ਆ ਸੰਤਾਂ ਦੇ ਅੱਗੇ ਅਰਦਾਸ ਬੇਨਤੀ ਕਰਨੀ ਚਾਹੀਦੀ ਆ, ਉਹਨਾਂ ਦੇ ਨਾਲ ਜੁੜ ਕੇ ਰਹਿਣਾ ਚਾਹੀਦਾ, ਔਰ ਭੁੱਲ ਕੇ ਵੀ ਉਹਨਾਂ ਦੀ ਜਿਹੜੀ ਆ ਵਡਿਆਈ ਕਰਨੀ ਚਾਹੀਦੀ ਆ। ਨਿੰਦਿਆ ਜਿਹੜੀ ਇੰਨੀ ਮਾੜੀ ਚੀਜ਼ ਹੈ। ਸੰਤ ਕਾ ਨਿੰਦਕ ਮਹਾਂ ਅਤਤਾਈ। ਅਤਤਾਈ ਤੋਂ ਭਾਵ ਹੁੰਦਾ ਹੱਥ ਚੁੱਕੀ ਰੱਖਣ ਵਾਲਾ, ਭਾਰਾ ਪਾਪੀ। ਜਿਹੜਾ ਸੰਤਾਂ ਦੀ ਨਿੰਦਿਆ ਕਰਦਾ ਵਾ, ਸੰਤ ਦੀ ਜਿਹੜੀ ਨਿੰਦਿਆ ਕਰਦਾ ਵਾ, ਉਹ ਸਦਾ ਹੱਥ ਚੁੱਕੀ ਰੱਖਦਾ, ਅਤੇ ਇੱਕ ਪਲਕ ਭਰ ਵੀ ਹੱਥ ਚੁੱਕਣ ਵੱਲੋਂ ਆਰਾਮ ਨਹੀਂ ਲੈਂਦਾ। ਭਾਵ ਸੰਤ ਕਾ ਨਿੰਦਕ ਖਿਨ ਟਿਕਣ ਨਾ ਪਾਈ, ਟਿਕਾਓ ਨਹੀਂ ਆਉਂਦਾ ਉਹਨੂੰ, ਉਹ ਨਹੀਂ ਟਿਕਦਾ। ਉਹ ਹਮੇਸ਼ਾ ਹੀ ਜਿਹੜੀ ਇਹ ਨਿੰਦਿਆ ਦੇ ਵਿੱਚ ਹੀ ਰੁੱਝਿਆ ਰਹਿੰਦਾ, ਅਤੇ ਹੰਕਾਰੀ ਹੋ ਜਾਂਦਾ, ਹੱਥ ਚੁੱਕੀ ਰੱਖਦਾ। ਸੰਤ ਕਾ ਨਿੰਦਕ ਮਹਾ ਹਥਿਆਰਾ। ਜਿਹੜਾ ਸੰਤ ਦਾ ਜਿਹੜਾ ਨਿੰਦਕ ਆ, ਉਹ ਸਭ ਤੋਂ ਵੱਡਾ ਹਥਿਆਰਾ ਵਾ। ਸਭ ਤੋਂ ਵੱਡਾ ਹਥਿਆਰਾ ਤੋਂ ਭਾਵ ਇਹ ਹੁੰਦਾ ਵਾ ਜਿਹੜੇ ਹੱਤਿਆ ਕਰਦੇ ਆ, ਕਿ ਵੱਡਾ ਜ਼ਾਲਮ ਬਣ ਜਾਂਦਾ ਅਤੇ ਰੱਬ ਵੱਲੋਂ ਜਿਹੜਾ ਫਟਕਾਰਿਆ ਜਾਂਦਾ। ਸੰਤ ਕਾ ਨਿੰਦਕ ਪਰਮੇਸ਼ਰ ਮਾਰਾ, ਪਰਮੇਸ਼ਰ ਵੱਲੋਂ ਵੀ ਉਹਨੂੰ ਜਿਹੜੀ ਆ ਮਾਰ ਵੱਜਦੀ ਹੈ। ਪਰਮੇਸ਼ਰ ਦੀ ਮਾਰ ਜਿਹੜੀ ਫਿਰ ਉਹ ਫਟਕਾਰ ਜਿਹੜੀ ਆ ਉਹਨੂੰ ਇਹੋ ਜਿਹੀ ਪੈਂਦੀ ਆ ਕਿ ਉਹ ਫਿਰ ਮੁੜ ਕੇ ਮੂੰਹ ਦਿਖਾਉਣ ਦੇ ਲਾਇਕ ਵੀ ਨਹੀਂ ਰਹਿੰਦਾ। ਸੰਤ ਕਾ ਨਿੰਦਕ ਰਾਜ ਤੇ ਹੀਨ। ਗੁਰੂ ਮਹਾਰਾਜ ਫਰਮਾਉਂਦੇ ਨੇ ਕਿ ਜਿਹੜਾ ਸੰਤ ਦਾ ਨਿੰਦਕ ਆ, ਉਹ ਸਾਰਿਆਂ ਸੁੱਖਾਂ ਤੋਂ ਜਿਹੜਾ ਵਾਂਝਾ ਰਹਿ ਜਾਂਦਾ। ਨਿੰਦਕ ਜਿਹੜਾ ਰਾਜ ਭਾਵ ਦੁਨੀਆ ਦੇ ਸੁੱਖਾਂ ਤੋਂ ਜਿਹੜਾ ਵਾਂਝਾ ਰਹਿ ਜਾਂਦਾ ਵਾ। ਅਤੇ ਸੰਤ ਕਾ ਦੁਖੀਆ ਜਿਹੜਾ ਵਾ, ਸੰਤ ਕਾ ਜਿਹੜਾ ਨਿੰਦਕ ਆ, ਦੁਖੀਆ ਅਰ ਦੀਨ, ਉਹ ਫਿਰ ਜਿਹੜਾ ਵਾ ਦੁਖੀ ਹੁੰਦਾ ਵਾ, ਔਰ ਆਤੁਰ ਹੁੰਦਾ, ਗਰੀਬ ਹੋ ਜਾਂਦਾ ਵਾ। ਉਹਦੀ ਜਿਹੜੀ ਹੈ ਜ਼ਿੰਦਗੀ ਦੇ ਵਿੱਚ ਜਿਹੜੀਆਂ ਪ੍ਰੋਬਲਮਸ ਜਿਹੜੀਆਂ ਵਾ ਉਹ ਵੱਧਦੀਆਂ ਜਾਂਦੀਆਂ, ਉਹ ਕਦੀ ਸੁੱਖ ਪ੍ਰਾਪਤ ਨਹੀਂ ਕਰ ਸਕਦਾ। ਸੰਤ ਕੀ ਨਿੰਦਾ, ਸੰਤ ਕੇ ਨਿੰਦਕ ਕੋ ਸਰਬ ਰੋਗ। ਸਭ ਤਰ੍ਹਾਂ ਦੇ ਰੋਗ ਜਿਹੜੇ ਸੰਤ ਕੇ ਨਿੰਦਕ ਨੂੰ ਲੱਗ ਜਾਂਦੇ ਆ। ਸਾਰੇ ਰੋਗ ਜਿਹੜੇ ਆ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਇਲਾਵਾ ਹੋਰ ਵੀ ਜਿਹੜੇ ਸਰੀਰਕ ਅਤੇ ਮਾਨਸਿਕ ਤੌਰ 'ਤੇ ਜਿਹੜੀਆਂ ਪਰੇਸ਼ਾਨੀਆਂ ਉਹਨੂੰ ਘੇਰ ਲੈਂਦੀਆਂ, ਇੰਨੇ ਦੁੱਖਾਂ ਵਿੱਚ ਉਹ ਘਿਰ ਜਾਂਦਾ ਵਾ। ਸਰਬ ਰੋਗ ਭਾਵ ਕਿ ਉਹਨੂੰ ਸਭ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਵਾ ਚਿੰਬੜ ਜਾਂਦੀਆਂ, ਲੱਗ ਜਾਂਦੀਆਂ। ਸੰਤ ਕੇ ਨਿੰਦਕ ਕੋ ਸਦਾ ਵਿਜੋਗ। ਅਤੇ ਹਮੇਸ਼ਾ ਉਹ ਵਿਛੋੜੇ ਦੇ ਵਿੱਚ ਤੜਫਦਾ ਫਿਰ, ਉਹ ਪਰਮਾਤਮਾ ਵੱਲੋਂ ਵਿਛੜ ਜਾਂਦਾ। ਔਰ ਜੇਕਰ ਪਰਮਾਤਮਾ ਦੇ ਨਾਲ ਅਸੀਂ ਪ੍ਰੀਤ ਨਹੀਂ ਪਾਉਂਦੇ, ਅਤੇ ਫਿਰ ਪਰਮੇਸ਼ਰ 'ਤੇ ਭੁੱਲਿਆਂ ਵਿਆਪਨ ਸਭੇ ਰੋਗ ਕਹਿਣ ਤੋਂ ਭਾਵ ਕਿ ਗੁਰੂ ਦੇ ਜਦੋਂ ਟੁੱਟ ਜਾਂਦਾ ਨਿਸ਼ਾਨ ਪਰਮਾਤਮਾ ਨਾਲੋਂ, ਜਦੋਂ ਸੰਤਾਂ ਨਾਲੋਂ ਟੁੱਟ ਜਾਂਦਾ ਵਾ, ਅਤੇ ਫਿਰ ਉਹ ਜਿਹੜਾ ਦੁਖੀ ਹੁੰਦਾ ਵਾ, ਵਿਛੋੜੇ ਦੀ ਮਾਰ ਵੀ ਸਹਿੰਦਾ ਵਾ। ਸੰਤਾਂ ਦੀ ਨਿੰਦਿਆ ਕਰਨ ਵਾਲੇ ਨੂੰ ਸਾਰੇ ਰੋਗ ਵਿਆਪਦੇ ਆ, ਕਿਉਂਕਿ ਉਸ ਨੂੰ ਸੁੱਖਾਂ ਦੇ ਸੋਮੇ ਪ੍ਰਭੂ ਤੋਂ ਜਿਹੜਾ ਸਦਾ ਵਿਛੋੜਾ ਜਿਹੜਾ ਵਾ ਉਹ ਰਹਿੰਦਾ ਵਾ।
ਔਰ ਵਿਛੋੜੇ ਵਿੱਚ ਉਹ ਰੋਂਦਾ ਤੇ ਕਰਲਾਉਂਦਾ। ਜਿਵੇਂ ਗੁਰਬਾਣੀ ਦਾ ਕਥਨ ਹੈ ਨਾ, ਜੈ ਤਨ ਵਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਬਿਲ ਲਾਏ। ਔਰ ਸੰਤ ਦੀ ਨਿੰਦਾ ਦੋਖ ਮੈਂ ਦੋਖ, ਸੰਤ ਦੀ ਨਿੰਦਿਆ ਕਰਨੀ ਜਿਹੜੀ ਆ ਬਹੁਤ ਹੀ ਮਾੜਾ ਕੰਮ ਆ। ਕਿ ਦੋਖ ਮੈਂ ਦੋਖ ਤੋਂ ਭਾਵ ਹੁੰਦਾ ਵਾ ਕਿ ਇੰਨਾ ਜ਼ਿਆਦਾ ਇਨਸਾਨ ਜਿਹੜਾ ਵਾ ਸੰਤ ਦੀ ਨਿੰਦਾ ਦੋਖ ਮੈਂ ਦੋਖ, ਕਿ ਦੁੱਖ ਤੋਂ ਵੀ ਜ਼ਿਆਦਾ ਦੁਖੀ ਜਿਹੜਾ ਵਾ ਕਰਨਾ ਕਿਸੇ ਨੂੰ, ਇੰਨਾ ਜ਼ਿਆਦਾ ਜਿਹੜੀ ਆ ਮਾੜੀ ਆ। ਇਸ ਕਰਕੇ ਕਦੀ ਵੀ ਜਿਹੜੀ ਭੁੱਲ ਕੇ ਵੀ ਸਾਧ ਸੰਗਤ ਜੀ ਸੰਤ ਦੀ ਜਿਹੜੀ ਨਿੰਦਿਆ ਨਹੀਂ ਕਰਨੀ ਚਾਹੀਦੀ। ਨਾਨਕ ਸੰਤ ਭਾਵੇ ਤਾਂ ਉਸ ਕਾ ਵੀ ਹੋਏ ਮੋਖ। ਪਰ ਗੁਰੂ ਮਹਾਰਾਜ ਫਰਮਾਉਂਦੇ ਨੇ, ਜੇਕਰ ਸੰਤ ਨੂੰ ਭਾ ਜਾਵੇ, ਜੇ ਸੰਤ ਦੀ ਕਿਰਪਾ ਹੋ ਜਾਵੇ ਉਸ ਮਨੁੱਖ 'ਤੇ ਜਿਹੜੇ ਸੰਤ ਦੀ ਨਿੰਦਿਆ ਕਰਦੇ ਆ, ਅਤੇ ਫਿਰ ਉਹਨਾਂ ਨੂੰ ਵੀ ਮੁਕਤੀ ਮਿਲ ਜਾਂਦੀ ਆ, ਉਹਨਾਂ ਦਾ ਵੀ ਉਧਾਰ ਹੋ ਜਾਂਦਾ, ਕਲਿਆਣ ਹੋ ਜਾਂਦਾ ਵਾ, ਉਹ ਜੀਵਨ ਮੁਕਤ ਹੋ ਜਾਂਦੇ ਆ। ਔਰ ਉਹ ਜਿਹੜੇ ਜੂਨਾਂ ਦੇ ਮਰਨ ਦੇ ਚੱਕਰ ਤੋਂ ਵੀ ਜਿਹੜੇ ਬਚ ਜਾਂਦੇ ਆ, ਉਹਨਾਂ ਨੂੰ ਵੀ ਜਿਹੜਾ ਕਲਿਆਣ ਹੋ ਜਾਂਦਾ, ਉਧਾਰ ਹੋ ਜਾਂਦਾ ਵਾ। ਇਸ ਕਰਕੇ ਸੰਤ ਦੀ ਸ਼ਰਨ ਜਿਹੜਾ ਪੈਣਾ ਚਾਹੀਦਾ ਵਾ, ਸੰਤ ਦੇ ਜਿਹੜੇ ਆ ਗੁਣ ਗਾਨ ਜਿਹੜੇ ਕਰਨੇ ਚਾਹੀਦੇ ਆ, ਔਰ ਸੰਤਾਂ ਦੀ ਸੰਗਤ ਕਰਨੀ ਚਾਹੀਦੀ ਆ, ਜਿਹੜੇ ਸਾਨੂੰ ਇੱਕ ਪਰਮਾਤਮਾ ਦਾ ਨਾਮ ਜਪਾਉਂਦੇ ਆ, ਜਿਹੜੇ ਸਾਨੂੰ ਜਿਹੜੇ ਪਰਮੇਸ਼ਰ ਦੇ ਗੁਣ ਗਾਉਣ ਦੇ ਲਈ ਪ੍ਰੇਰਿਤ ਕਰਦੇ ਆ। ਸੰਤ ਕਾ ਦੋਖੀ ਸਦਾ ਪਵਿੱਤ, ਸੰਤ ਕਾ ਦੋਖੀ ਕਿਸੇ ਕਾ ਨਹੀਂ ਮਿਤ। ਸੰਤ ਦਾ ਜਿਹੜਾ ਦੋਖੀ ਆ ਉਹ ਸਦਾ ਅਪਵਿੱਤਰ ਆ। ਅਪਵਿੱਤ ਤੋਂ ਭਾਵ ਹੁੰਦਾ ਵਾ ਕਿ ਜਿਹੜਾ ਇੱਥੇ ਮੈਲੇ ਮਨ ਵਾਲਾ, ਸਦਾ ਅਪਵਿੱਤ ਰਹਿੰਦਾ ਉਹ। ਸੰਤ ਕਾ ਦੋਖੀ ਕਿਸੇ ਕਾ ਨਹੀਂ ਮਿੱਤ, ਉਹ ਕਿਸੇ ਦਾ ਮਿੱਤਰ ਨਹੀਂ ਬਣਦਾ। ਉਹ ਜਿਹੜਾ ਸੰਤ ਦਾ ਦੁਰਕਾਰਿਆ ਹੋਇਆ ਵਾ, ਜਿਹੜਾ ਸੰਤਾਂ ਦੀ ਨਿੰਦਿਆ ਕਰਦਾ ਵਾ, ਉਹ ਕਿਸੇ ਦਾ ਭਲਾ ਨਹੀਂ ਕਰ ਸਕਦਾ, ਉਹ ਕਿਸੇ ਦਾ ਮਿੱਤਰ ਨਹੀਂ ਬਣ ਸਕਦਾ, ਕਿਸੇ ਦਾ ਸੱਜਣ ਨਹੀਂ ਬਣ ਸਕਦਾ। ਸੋ ਸੰਤ ਦਾ ਨਿੰਦਕ ਜਿਹੜਾ ਉਹ ਸਦਾ ਮੈਲੇ ਮਨ ਵਾਲਾ ਵਾ, ਤਾਂ ਹੀ ਉਹ ਕਦੇ ਕਿਸੇ ਦਾ ਵੀ ਜਿਹੜਾ ਵਾ ਸੱਜਣ ਨਹੀਂ ਬਣਦਾ, ਭਾਵੇਂ ਜਿੰਨਾ ਮਰਜ਼ੀ ਉਹਨੂੰ ਪਿਆਰ ਕਰ ਲਓ। ਸੰਤ ਕੇ ਦੋਖੀ ਕੋ ਡਾਨ ਲਾਗੇ, ਸੰਤ ਕੇ ਦੋਖੀ ਕੋ ਸਭ ਤਿਆਗੇ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਆ ਕਿ ਸੰਤ ਦੇ ਦੋਖੀ ਨੂੰ ਜਿਹੜਾ ਡਾਨ ਲੱਗਦਾ, ਡਾਨ ਤੋਂ ਭਾਵ ਡੰਨ ਜਾਂ ਸਜ਼ਾ ਲੱਗਦੀ ਆ, ਅਤੇ ਸੰਤ ਕੇ ਦੋਖੀ ਕੋ ਸਭ ਤਿਆਗੇ, ਸਾਰੇ ਜਾਣੇ ਉਹਨੂੰ ਜਿਹੜਾ ਵਾ ਤਿਆਗ ਦਿੰਦੇ, ਉਹ ਤੋਂ ਛੁਟਕਾਰਾ ਹੀ ਚਾਹੁੰਦੇ ਆ। ਕੋਈ ਉਹਦੇ ਲਾਗੇ ਨਹੀਂ ਆਉਂਦਾ, ਕੋਈ ਉਹਨੂੰ ਪਿਆਰ ਨਹੀਂ ਕਰਦਾ। ਉਹ ਇੰਨਾ ਜ਼ਿਆਦਾ ਗਿਰ ਜਾਂਦਾ ਵਾ, ਇੰਨਾ ਜ਼ਿਆਦਾ ਨਜ਼ਰਾਂ ਵਿੱਚੋਂ ਡਿੱਗ ਜਾਂਦਾ ਉਹ, ਕਿ ਸਾਰੇ ਉਹਨੂੰ ਜਿਹੜੇ ਆ ਨਫ਼ਰਤ ਕਰਦੇ ਆ, ਉਹਨੂੰ ਚੰਗਾ ਨਹੀਂ ਸਮਝਦੇ, ਅਤੇ ਉਹਨੂੰ ਜਿਹੜੀ ਆ ਸਜ਼ਾ ਵੀ ਮਿਲਦੀ ਆ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਜਿਹੜਾ ਧਰਮਰਾਜ ਤੋਂ ਜਿਹੜੀ ਆ ਉਹਨੂੰ ਸਜ਼ਾ ਮਿਲਦੀ ਆ ਸੰਤ ਦੇ ਨਿੰਦਕ ਨੂੰ, ਅਤੇ ਸਾਰੇ ਉਸ ਦਾ ਜਿਹੜਾ ਸਾਥ ਜਿਹੜਾ ਵਾ ਛੱਡ ਜਾਂਦੇ ਆ, ਕੋਈ ਉਹਨੂੰ ਚੰਗਾ ਨਹੀਂ ਸਮਝਦਾ। ਸੰਤ ਕਾ ਦੋਖੀ ਮਹਾ ਅਹੰਕਾਰੀ, ਸੰਤ ਕਾ ਦੋਖੀ ਸਦਾ ਬੇਕਾਰੀ। ਸੰਤ ਦਾ ਜਿਹੜਾ ਦੋਖੀ ਆ ਮਹਾ ਹੰਕਾਰੀ ਤੋਂ ਬਾਅਦ ਵੱਡਾ ਹੰਕਾਰੀ ਹੁੰਦਾ। ਉਹਦੇ ਵਿੱਚ ਈਗੋ ਦੀ ਬਹੁਤ ਜ਼ਿਆਦਾ ਈਗੋ ਹੁੰਦੀ ਆ, ਉਹ ਆਪਣੇ ਆਪ ਨੂੰ ਸਭ ਕੁਝ ਸਮਝੀ ਜਾਂਦਾ। ਉਹਦੇ ਵਿੱਚ ਮੈਂ ਤੋਂ ਇਲਾਵਾ ਹੋਰ ਕੁਛ ਨਹੀਂ ਹੁੰਦਾ, ਕਿ ਜੋ ਕੀਤਾ ਉਹਨੂੰ ਇਹ ਹੁੰਦਾ ਕਿ ਮੈਂ ਕੀਤਾ, ਪਰ ਉਹਨੂੰ ਇਹ ਨਹੀਂ ਪਤਾ ਕਿ ਜਿਹੜਾ ਉਹਦੇ ਵਿੱਚ ਵਸ ਰਿਹਾ ਪਰਮਾਤਮਾ, ਜਿਹਨੇ ਉਹਨੂੰ ਬਣਾਇਆ ਵਾ, ਜਿਹਨੇ ਉਹਨੂੰ ਪੈਦਾ ਕੀਤਾ ਵਾ, ਸਾਰੀ ਕਿਰਪਾ ਪਰਮਾਤਮਾ ਦੀ ਹੋਈ, ਤਾਂ ਹੀ ਉਹ ਕੁਛ ਕਰਨ ਦੇ ਸਮਰੱਥ ਹੋਇਆ। ਕਿਉਂਕਿ ਆਪਾਂ ਸਾਰੇ ਜਿਹੜੇ ਆ ਪਰਮਾਤਮਾ ਦੇ ਬਣਾਏ ਹੋਏ ਇਨਸਾਨ ਆ, ਬੰਦੇ ਆ। ਇਸ ਕਰਕੇ ਸਾਨੂੰ ਜਿਹੜੇ ਆ ਸੰਤਾਂ ਮਹਾਂਪੁਰਸ਼ ਜਿਹੜੇ ਸਾਨੂੰ ਜਿਹੜੇ ਪਰਮਾਤਮਾ ਦਾ ਨਾਮ ਜਪਾਉਂਦੇ ਆ, ਜਿਹੜੇ ਸਾਨੂੰ ਰੱਬੀ ਗੁਣ ਦੱਸਦੇ, ਜਿਹੜੇ ਦਇਆ ਦਾ, ਧਰਮ ਦਾ,
ਮਾਰਗ ਦੱਸ ਕੇ ਸਾਡੇ ਜੀਵਨ ਦਾ ਕਲਿਆਣ ਕਰਦੇ ਆ। ਸਾਨੂੰ ਹਮੇਸ਼ਾ ਨਿਮਰਤਾ ਵਾਲਾ ਜੀਵਨ ਜਿਹੜਾ ਜੀਣਾ ਚਾਹੀਦਾ ਵਾ। ਸਾਨੂੰ ਕਦੇ ਵੀ ਹੰਕਾਰ ਨਹੀਂ ਕਰਨਾ ਚਾਹੀਦਾ। ਪਰ ਇੱਥੇ ਗੁਰੂ ਸਾਹਿਬਾਨ ਫਰਮਾਉਂਦੇ ਆ ਕਿ ਸੰਤ ਦਾ ਜਿਹੜਾ ਦੋਖੀ ਆ ਉਹ ਮਹਾਂ ਹੰਕਾਰੀ ਹੁੰਦਾ ਵਾ, ਉਹ ਵੱਡਾ ਆਕੜ ਖਾਨ ਬਣ ਜਾਂਦਾ ਵਾ ਅਤੇ ਸਦਾ ਜਿਹੜਾ ਮੰਦੇ ਕਰਮਾਂ ਦੇ ਵਿੱਚ ਪੈ ਜਾਂਦਾ। ਸੰਤ ਕਾ ਦੋਖੀ ਸਦਾ ਬੇਕਾਰੀ, ਬੇਕਾਰੀ ਤੋਂ ਭਾਵ ਜਿਹੜਾ ਵਿਕਾਰਾਂ ਵਿੱਚ ਪਿਆ ਰਹਿੰਦਾ, ਭੈੜੇ ਕੰਮਾਂ ਵਿੱਚ ਪੈ ਕੇ ਆਪਣਾ ਜੀਵਨ ਜਿਹੜਾ ਵਾ ਬਰਬਾਦ ਕਰ ਲੈਂਦਾ। ਸੰਤ ਕਾ ਦੋਖੀ ਜਨਮੇ ਮਰੀ, ਸੰਤ ਕੀ ਦੁੱਖ ਨਾ ਸੁਖ ਤੇ ਟਰੇ। ਸੰਤ ਦਾ ਜਿਹੜਾ ਦੋਖੀ ਆ ਉਹ ਜਨਮ ਮਰਨ ਦੇ ਚੱਕਰ ਵਿੱਚ ਪਿਆ ਰਹਿੰਦਾ। ਉਹ ਇਸੇ ਚੱਕਰ ਦੇ ਵਿੱਚ ਜਿਹੜਾ ਆਵਾਗਮਨ ਦੇ ਚੱਕਰ ਵਿੱਚ ਪੈ ਜਾਂਦਾ, 84 ਲੱਖ ਜੂਨਾਂ ਦੇ ਚੱਕਰ ਵਿੱਚ ਪੈ ਜਾਂਦਾ, ਗਰਭ ਦੇ ਵਿੱਚ ਪੈ ਜਾਂਦਾ ਵਾ। ਕਹਿਣ ਤੋਂ ਭਾਵ ਕਿ ਉਹ ਜੰਮਦਾ ਮਰਦਾ ਰਹਿੰਦਾ, ਕਈ ਜੂਨਾਂ ਵਿੱਚ ਆਉਂਦਾ, ਉਹ ਕਈ ਰੂਪਾਂ ਵਿੱਚ ਆਉਂਦਾ ਉਹ। ਇਸ ਕਰਕੇ ਸੰਤ ਕੀ ਦੁੱਖ ਨਾ ਸੁੱਖ ਤੇ ਟਰੇ, ਅਤੇ ਜਿਹੜਾ ਸੰਤ ਦੀ ਦੁੱਖ ਜਿਹੜਾ ਵਾ ਨਿੰਦਿਆ ਕਰਦਾ ਵਾ, ਜਿਹੜੇ ਸੁੱਖਾਂ ਤੋਂ ਵਾਂਝਾ ਰਹਿ ਜਾਂਦਾ, ਉਹਨੂੰ ਕਦੀ ਸੁੱਖ ਨਹੀਂ ਮਿਲਦਾ, ਹਮੇਸ਼ਾ ਦੁਖੀ ਰਹਿੰਦਾ। ਟਰੇ ਤੋਂ ਭਾਵ ਕਿ ਵਾਂਝਿਆ ਰਹਿ ਜਾਂਦਾ। ਬੇਕਾਰੀ ਤੋਂ ਭਾਵ ਹੁੰਦਾ ਮੰਦ ਕਰਮੀ। ਇਸ ਕਰਕੇ ਜਿਹੜਾ ਵਾ ਕਦੇ ਵੀ ਸਾਨੂੰ ਭੁੱਲ ਕੇ ਵੀ ਸੰਤ ਦੀ ਜਿਹੜੀ ਨਿੰਦਿਆ ਨਹੀਂ ਕਰਨੀ ਚਾਹੀਦੀ। ਇਹ ਸਾਰੀ ਅਸ਼ਟਪਦੀ ਜਿਹੜੀ ਆ ਉਹ ਸੰਤ ਦੇ ਸੰਬੰਧ ਵਿੱਚ ਲਿਖੀ ਹੈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ, ਕਿ ਸੰਤ ਦੀ ਨਿੰਦਿਆ ਕਰਨ ਦੇ ਨਾਲ ਸਾਨੂੰ ਕੀ ਕੀ ਮੁਸੀਬਤਾਂ ਜਿਹੜੀਆਂ ਆਉਂਦੀਆਂ ਵਾ, ਕੀ ਕੀ ਦੁੱਖ ਆਉਂਦੇ ਆ, ਕੀ ਕੀ ਪਰੇਸ਼ਾਨੀਆਂ ਆਉਂਦੀਆਂ ਵਾ। ਅਤੇ ਇਸ ਕਰਕੇ ਸਾਨੂੰ ਜਿਹੜਾ ਵਾ ਸੰਤਾਂ ਦੇ ਨਾਲ ਜਿਹੜੀ ਕਦੀ ਵੀ ਜਿਹੜੀ ਆ ਉਹਨਾਂ ਦੀ ਨਿੰਦਿਆ ਕਰਨੀ, ਉਹਨਾਂ ਦੀ ਬੁਰਾਈ ਕਰਨੀ ਜਿਹੜੀ ਆ, ਉਹਨਾਂ ਦੇ ਵਿਰੁੱਧ ਬੋਲਣਾ ਜਿਹੜਾ ਵਾ, ਜੇਕਰ ਅਸੀਂ ਬੋਲਾਂਗੇ ਉਹਨਾਂ ਦੀ, ਜੇਕਰ ਅਸੀਂ ਨਿੰਦਿਆ ਕਰਾਂਗੇ ਅਤੇ ਸਾਡੇ ਸੁੱਖ ਜਿਹੜੇ ਆ ਉਹ ਸਾਡੇ ਤੋਂ ਦੂਰ ਹੋ ਜਾਣਗੇ ਅਤੇ ਦੁੱਖ ਜਿਹੜੇ ਆ ਉਹ ਸਾਨੂੰ ਜਿਹੜੇ ਘੇਰ ਲੈਣਗੇ। ਸੋ ਇਹਨਾਂ ਸੰਤ ਦਾ ਜਿਹੜਾ ਨਿੰਦਕ ਆ ਉਹ ਜੰਮਦਾ ਮਰਦਾ ਵਾ, ਅਤੇ ਸੰਤ ਦੀ ਨਿੰਦਿਆ ਕਾਰਨ ਜਿਹੜਾ ਵਾ ਸੁੱਖਾਂ ਤੋਂ ਜਿਹੜਾ ਵਾਂਝਾ ਰਹਿ ਜਾਂਦਾ ਵਾ, ਅਤੇ ਸੰਤ ਦੇ ਨਿੰਦਕ ਨੂੰ ਕੋਈ ਸਹਾਰਾ ਨਹੀਂ ਮਿਲਦਾ। ਸੰਤ ਕੇ ਦੋਖੀ ਕੋ ਨਾਹੀ ਠਾਓ, ਉਹਨੂੰ ਕਿਤੇ ਵੀ ਥਾਂ ਨਹੀਂ ਮਿਲਦੀ, ਠਾਹਰ ਨਹੀਂ ਮਿਲਦੀ, ਕਿਤੇ ਵੀ ਉਹਨੂੰ ਟਿਕਾਓ ਨਹੀਂ ਮਿਲਦਾ। ਉਹ ਹਮੇਸ਼ਾ ਹੀ ਭਟਕਦਾ, ਕਿਸੇ ਥਾਂ ਵੀ ਉਹਨੂੰ ਜਿਹੜੀ ਆ ਠਾਹਰ ਨਹੀਂ ਮਿਲਦੀ, ਉਹ ਬੇਟਿਕਾਣਾ ਹੋ ਜਾਂਦਾ, ਭਾਵ ਕਿ ਭਟਕਦਾ ਹੀ ਰਹਿੰਦਾ ਵਾ। ਨਾਨਕ ਸੰਤ ਭਾਵੇ ਤਾਂ ਲਏ ਮਲਾਏ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਹੇ ਨਾਨਕ, ਜੇ ਸੰਤ ਚਾਹੇ ਤਾਂ ਆਪਣੇ ਨਾਲ ਉਸ ਨਿੰਦਕ ਨੂੰ ਵੀ ਮਿਲਾ ਲੈਂਦਾ ਵਾ, ਉਹਨੂੰ ਵੀ ਆਪਣੇ ਨਾਲ ਜੋੜ ਲੈਂਦਾ, ਉਹਨੂੰ ਵੀ ਆਪਣੇ ਚਰਨਾਂ ਦੇ ਵਿੱਚ ਆਪਣੇ ਨਾਲ ਜਿਹੜੀ ਹੈ ਜਗ੍ਹਾ ਦਿੰਦਾ ਵਾ। ਸੋ ਇਹ ਅਸ਼ਟਪਦੀ ਜਿਹੜੀ ਆ, ਇਹਦੇ ਆਪਾਂ 4 ਜਿਹੜੇ ਪਦੇ ਆ ਉਹਨਾਂ ਦੀ ਵਿਆਖਿਆ ਕੀਤੀ ਆ, ਸ਼ਬਦ ਅਰਥ ਕੀਤੇ ਆ, ਔਰ ਵਿਚਾਰਾਂ ਕਰਦਿਆਂ ਦਾਸ ਦੇ ਕੋਲੋਂ ਏਕ ਨਹੀਂ ਅਨੇਕ ਪ੍ਰਕਾਰ ਦੀਆਂ ਜਿਹੜੀਆਂ ਗਲਤੀਆਂ ਹੋ ਗਈਆਂ ਹੋਣਗੀਆਂ। ਸਾਧ ਸੰਗਤ ਜੀ ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਬਖਸ਼ਣਯੋਗ ਨੇ, ਉਹ ਭੁੱਲਾਂ ਬਖਸ਼ ਦੇਣਾ, ਕਿਉਂਕਿ ਜਦੋਂ ਆਪਾਂ ਵਿਚਾਰਾਂ ਕਰਦੇ ਹਾਂ ਤਾਂ ਅਨੇਕਾਂ ਤਰੁੱਟੀਆਂ ਰਹਿ ਜਾਂਦੀਆਂ। ਗੁਰਬਾਣੀ ਜਿਹੜੀ ਹੈ ਸਾਰੀ ਜਿਹੜੀ ਸਮੁੰਦਰ ਦੇ ਨਿਆਈ ਆ, ਇਹ ਬੜਾ ਵੱਡਾ ਇੱਕ ਸਮੁੰਦਰ ਆ। ਇਹਦੇ ਵਿੱਚੋਂ ਜਿੰਨੇ ਅਸੀਂ ਮਤਲਬ ਖੋਜਾਂਗੇ, ਜਿੰਨੀਆਂ ਟੁੱਬੀਆਂ ਲਾਵਾਂਗੇ, ਜਿੰਨੀ ਚੁੱਭੀਆਂ ਲਾਵਾਂਗੇ, ਓਨੇ ਸਾਨੂੰ ਹੀਰੇ ਮੋਤੀ ਲੱਭਣੇ। ਕਹਿਣ ਤੋਂ ਭਾਵ ਕਿ ਜਿੰਨਾ ਅਸੀਂ ਇਹਨੂੰ ਪੜ੍ਹਾਂਗੇ, ਵਿਚਾਰਾਂਗੇ, ਖੋਜਾਂਗੇ, ਇਹਦੇ ਵਿੱਚੋਂ ਸਾਨੂੰ ਜਿਹੜੇ ਆ ਹੀਰੇ ਰਤਨ ਜਿਹੜੇ ਨਿਆਈ ਜਿਹੜੇ ਉਪਦੇਸ਼ ਜਿਹੜੇ ਗੁਰੂ ਦੇ ਉਹ ਸਾਨੂੰ ਮਿਲਣੇ ਆ, ਜਿਨ੍ਹਾਂ ਨੇ ਸਾਡੇ ਜੀਵਨ ਨੂੰ ਸੰਵਾਰਨਾ ਵਾ, ਜਿਨ੍ਹਾਂ ਨੇ ਸਾਨੂੰ ਜਿਹੜਾ ਜੀਵਨ ਜਿਹੜਾ ਸਫਲ ਕਰਨਾ ਵਾ। ਸੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਇਸ ਅਸ਼ਟਪਦੀ ਦੇ ਵਿੱਚ ਦੱਸਿਆ ਵਾ ਕਿ ਜਿਹੜੀ ਸੰਤ ਦੀ ਨਿੰਦਿਆ ਜਿਹੜੀ ਕਰਨੀ ਜਿਹੜੀ ਆ ਉਹ ਕਿਸੇ ਵੀ ਮਨੁੱਖ ਲਈ ਜਿਹੜੀ ਆ ਚੰਗੀ ਗੱਲ ਨਹੀਂ ਆ। ਕਦੇ ਵੀ ਜੇਕਰ ਜੇ ਸੰਤ ਦੀ ਨਿੰਦਿਆ ਕਰਾਂਗੇ ਤਾਂ ਫਿਰ ਸਾਨੂੰ ਕਿਤੇ ਵੀ ਥਾਂ ਨਹੀਂ ਮਿਲਣਾ। ਪਰ ਹਾਂ, ਜੇਕਰ ਅਸੀਂ ਸੰਤ ਦੀ ਵਡਿਆਈ ਕਰਾਂਗੇ, ਉਹਦੇ
ਚਰਨੀ ਜੁੜਾਂਗੇ ਤੇ ਫਿਰ ਜਿਹੜਾ ਵਾ ਸੰਤ ਜਿਹੜਾ ਸਾਨੂੰ ਕਿਰਪਾ ਕਰਕੇ ਆਪਣੇ ਨਾਲ ਜਿਹੜਾ ਮਿਲਾ ਲੈਂਦਾ ਵਾ। ਸੰਤ ਕਾ ਜਿਹੜਾ ਦੋਖੀ ਅਧ ਬੀਚ ਦੇ ਟੂਟੇ, ਸੰਤ ਕਾ ਦੋਖੀ ਕਿਤੇ ਕਾਜ ਨਾ ਪਹੁੰਚੇ। ਸੰਤ ਦੀ ਨਿੰਦਿਆ ਕਰਨ ਵਾਲਾ ਕਿਸੇ ਦੇ ਵੀ ਕੰਮ ਵਿੱਚ ਨੇਪਰੇ ਨਹੀਂ ਚੜ੍ਹਦਾ। ਕਹਿਣ ਤੋਂ ਭਾਵ ਕਿ ਸੰਤ ਦੀ ਨਿੰਦਿਆ ਕਰਨ ਵਾਲਾ ਕਿਸੇ ਕੰਮ ਵਿੱਚ ਨੇਪਰੇ ਨਹੀਂ ਚੜ੍ਹਦਾ ਤੇ ਅੱਧ ਵਿੱਚੋਂ ਹੀ ਰਹਿ ਜਾਂਦਾ ਵਾ ਤੇ ਅੱਧ ਬੀਜ ਤੋਂ ਟੁੱਟ ਜਾਂਦਾ। ਕਹਿਣ ਤੋਂ ਭਾਵ ਇਹ ਆ ਕਿ ਉਹ ਕਦੀ ਵੀ ਕੰਮ ਨੂੰ ਸਿਰੇ ਨਹੀਂ ਲਗਾ ਸਕਦਾ। ਸੰਤ ਦੇ ਨਿੰਦਕ ਨੂੰ ਜਿਹੜਾ ਵਾ ਜੰਗਲਾਂ ਵਿੱਚ ਖੁਆਰ ਕਰੀਦਾ ਵਾ ਤੇ ਫਿਰ ਰਾਹੋਂ ਖਜਾ ਕੇ ਔੜ ਦੇ ਪਾ ਦਈਦਾ। ਸੰਤ ਕੇ ਦੋਖੀ ਕਿਤੇ ਕਾਜ ਨਾ ਪਹੁੰਚੇ। ਸੰਤ ਕੇ ਦੋਖੀ ਕੋ ਉਦਿਆਨ ਭਰਮਾਈਏ। ਉਦਿਆਨ ਹੁੰਦਾ ਜੰਗਲ। ਸੰਤ ਕਾ ਦੋਖੀ ਉੱਜੜ ਪਾਈਏ। ਉੱਜੜ ਤੋਂ ਭਾਵ ਹੁੰਦਾ ਔਜੜ ਵਿੱਚ ਕਰਾਹੇ ਪੈ ਜਾਂਦਾ ਉਹ। ਸੋ ਸਾਧ ਸੰਗਤ ਜੀ, ਇਹਨਾਂ ਜਿਹੜੇ ਪਦਿਆਂ ਦੀ ਵਿਚਾਰ ਜਿਹੜੀ ਆਪਾਂ ਅਗਲੇ ਭਾਗ ਦੇ ਵਿੱਚ ਕਰਾਂਗੇ ਤੇ ਆਪਾਂ ਇੱਥੇ ਹੀ ਹੁਣ ਜਿਹੜੀ ਆ ਵਿਸ਼ਰਾਮ ਜਿਹੜਾ ਲੈਂਦੇ ਆ। ਵਿਚਾਰਾਂ ਕਰਦਿਆਂ ਜਿਹੜੀ ਆ ਗੁਰੂ ਸਾਹਿਬਾਨ ਜਿਹਦੀਆਂ ਆਪਾਂ ਜਦੋਂ ਗੁਰਬਾਣੀ ਦੀਆਂ ਵਿਚਾਰਾਂ ਕਰਦੇ ਹਾਂ ਤੇ ਨੇਕਾਂ ਤਰੁੱਟੀਆਂ ਰਹਿ ਜਾਂਦੀਆਂ। ਦਾਸ ਨੂੰ ਅਣਜਾਣ ਬੱਚੇ ਜਾਣ ਕੇ ਜਿਹੜਾ ਵਾ ਉਹ ਮਾਫ ਕਰ ਦੇਣਾ, ਭੁੱਲਾਂ ਜਿਹੜੀਆਂ ਬਖਸ਼ ਦੇਣੀਆਂ ਤੇ ਜਿਹੜੇ ਗੁਰੂ ਦੇ ਉਪਦੇਸ਼ ਆ ਉਹਨਾਂ ਨੂੰ ਆਪਣੇ ਹਿਰਦੇ ਵਿੱਚ ਵਸਾਉਣਾ ਵਾ। ਇਸ ਅਸ਼ਟਪਦੀ ਦੇ ਵਿੱਚ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇਹੋ ਫਰਮਾਇਆ ਵਾ ਕਿ ਜਿਹੜੇ ਜਨ ਸੰਤ ਦੀ ਜਿਹੜੀ ਨਿੰਦਿਆ ਕਰਦੇ ਆ, ਜਿਹੜੇ ਸੰਤਾਂ ਨੂੰ ਮਾੜਾ ਕਹਿੰਦੇ ਆ, ਜਿਹੜੇ ਸੰਤਾਂ ਦੀ ਬੁਰਿਆਈ ਕਰਦੇ ਆ, ਉਹਨਾਂ ਨੂੰ ਕਿਸੇ ਜਗ੍ਹਾ ਕਿਤੇ ਵੀ ਥਾਂ ਨਹੀਂ ਮਿਲਦੀ। ਕਹਿਣ ਤੋਂ ਭਾਵ ਉਹਨਾਂ ਦੇ ਮਨ ਨੂੰ ਕਦੀ ਸ਼ਾਂਤੀ ਨਹੀਂ ਆਉਂਦੀ, ਕਿਤੇ ਟਿਕਾਣਾ ਨਹੀਂ ਮਿਲਦਾ। ਉਹ ਹਮੇਸ਼ਾ ਦੁਖੀ ਰਹਿੰਦੇ ਆ, ਪਰੇਸ਼ਾਨ ਰਹਿੰਦੇ ਆ ਤੇ ਉਹ ਜਿਹੜੇ ਆ ਬੇਸ਼ੱਕ ਉਹ ਜ਼ਿੰਦਗੀ ਦੇ ਵਿੱਚ ਮਾੜੇ ਕੰਮ ਕਰਦੇ ਆ, ਉਹ ਛਲ ਕਪਟ ਕਰਦੇ ਆ, ਹੋਰ ਕਈ ਬੁਰਾਈਆਂ ਕਰਦੇ ਆ, ਨੀਚਾਂ ਤੋਂ ਵੀ ਨੀਚ ਹੁੰਦੇ ਆ। ਬਹੁਤ ਸਾਰੀਆਂ ਜਿਹੜੀਆਂ ਬੁਰਾਈਆਂ ਜਿਹੜੀਆਂ ਵਾ ਮਤਲਬ ਕਿ ਇੰਨੀਆਂ ਜ਼ਿਆਦੀਆਂ ਜਿਹੜੀਆਂ ਫਟਕਾਰਾਂ ਵੀ ਪਈਆਂ ਵਾ ਜਿਹੜੇ ਸੰਤ ਦੀ ਨਿੰਦਿਆ ਕਰਦੇ ਆ। ਇਸ ਕਰਕੇ ਸਾਨੂੰ ਕਦੀ ਵੀ ਜਿਹੜੇ ਆ ਸੰਤਾਂ ਦੀ ਜਿਹੜੀ ਆ, ਜਿਹੜੇ ਪਰਮਾਤਮਾ ਦਾ ਨਾਮ ਜਪਦੇ, ਜਿਹੜੇ ਗੁਰੂ ਦੇ ਨਾਲ ਸਾਨੂੰ ਜਿਹੜੇ ਸੰਤ ਜਿਹੜੇ ਸਾਨੂੰ ਪਰਮਾਤਮਾ ਨਾਲ ਜੋੜਦੇ ਆ, ਜਿਹੜੇ ਇੱਕ ਪਰਮੇਸ਼ਰ ਦੀ ਜਿਹੜੀ ਬੰਦਗੀ ਕਰਨ ਲਈ ਸਾਨੂੰ ਪ੍ਰੇਰਦੇ ਆ, ਸੱਚੇ ਮਾਰਗ 'ਤੇ ਚੱਲਣ ਲਈ ਜਿਹੜੇ ਕਹਿੰਦੇ ਨੇ, ਔਰ ਉਹਨਾਂ ਦੀ ਜਿਹੜੀ ਆ ਵਾ ਸੰਗਤ ਕਰਨੀ ਆ ਔਰ ਉਹਨਾਂ ਦੀ ਜਿਹੜੀ ਕਦੀ ਵੀ ਭੁੱਲ ਕੇ ਵੀ ਨਿੰਦਿਆ ਨਹੀਂ ਕਰਨੀ। ਜੇਕਰ ਨਿੰਦਿਆ ਕਰਾਂਗੇ ਤੇ ਫਿਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਅਸੀਂ ਜਨਮ ਮਰਨ ਦੇ ਚੱਕਰ ਵਿੱਚ ਪੈ ਕੇ ਆਪਣਾ ਜੀਵਨ ਜਿਹੜਾ ਵਾ ਉਹ ਜਾਈ ਗਵਾ ਲਾਂਗੇ। ਤੇ ਜੇਕਰ ਜੀਵਨ ਮੁਕਤ ਹੋਣਾ ਵਾ ਔਰ ਮੋਕਸ਼ ਪ੍ਰਾਪਤ ਕਰਨਾ ਵਾ ਤੇ ਫਿਰ ਸਾਨੂੰ ਜਿਹੜਾ ਵਾ ਉਹ ਸੰਤਾਂ ਦੀ ਜਿਹੜੀ ਸੰਗਤ ਕਰਨੀ ਚਾਹੀਦੀ ਆ, ਉਹਨਾਂ ਦੀ ਵਡਿਆਈ ਕਰਨੀ ਚਾਹੀਦੀ ਆ, ਉਹਨਾਂ ਦੇ ਗੁਣ ਗਾਉਣੇ ਚਾਹੀਦੇ ਆ। ਕਿਉਂਕਿ ਜਿਹੜਾ ਸੰਤ ਆ ਉਹ ਕਿਰਪਾ ਕਰੇ ਤੇ ਫਿਰ ਉਹ ਆਪਣੇ ਨਾਲ ਸਾਨੂੰ ਜੋੜ ਲੈਂਦਾ ਵਾ, ਮਿਲਾ ਲੈਂਦਾ ਵਾ ਤੇ ਅਸੀਂ ਇਸ ਭਾਵ ਸਾਗਰ ਤੋਂ ਜਿਹੜਾ ਵਾ ਉਹ ਤਰ ਜਾਵਾਂਗੇ। ਕਿਉਂਕਿ ਇਹ ਜਿਹੜੀ ਮਨੁੱਖਾ ਸਰੀਰ ਮਿਲਿਆ ਵਾ ਇਹ ਸਾਨੂੰ ਮਿਲਿਆ ਹੀ ਇਸੇ ਕਰਕੇ ਆ ਕਿ ਅਸੀਂ ਪਰਮਾਤਮਾ ਦੀ ਜਿਹੜੀ ਬੰਦਗੀ ਕਰਕੇ ਆਪਣੇ ਜੀਵਨ ਨੂੰ ਜਿਹੜਾ ਸਵਾਰੀਏ ਤੇ ਇਸ ਭਾਵ ਸਾਗਰ ਤੋਂ ਜਿਹੜਾ ਮੁਕਤ ਹੋਈਏ। ਕਹਿਣ ਤੋਂ ਭਾਵ ਕਿ ਜਨਮ ਮਰਨ ਦੇ ਚੱਕਰ ਤੋਂ ਅਸੀਂ ਜਿਹੜਾ ਵਾ ਛੁਟਕਾਰਾ ਜਿਹੜਾ ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਗਰਭ ਜੂਨ ਨਾ ਆਇਓ। ਫਿਰ ਉਹ ਜਿਹੜਾ ਵਾ ਗਰਭਾਂ ਜੂਨਾਂ ਦੇ ਵਿੱਚ ਨਹੀਂ ਆਉਂਦਾ, ਫਿਰ ਉਹ ਜਿਹੜਾ ਵਾ ਮੋਕਸ਼ ਪ੍ਰਾਪਤ ਕਰ ਲੈਂਦਾ ਵਾ ਤੇ ਆਪਣੇ ਜੀਵਨ ਨੂੰ ਜਿਹੜਾ ਸਵਾਰ ਲੈਂਦਾ। ਤੇ ਜਿਹੜੇ 84 ਲੱਖ ਜੂਨਾਂ ਦੇ ਚੱਕਰ ਤੋਂ ਜਿਹੜਾ ਵਾ ਉਹ ਮਨੁੱਖ ਜਿਹੜਾ ਵਾ ਉਹ ਬਚ ਜਾਂਦਾ ਵਾ। ਕਿਉਂਕਿ 84 ਲੱਖ ਜੂਨਾਂ ਤੋਂ ਬਾਅਦ ਸਾਨੂੰ ਜਿਹੜੀ ਆ ਇਹ ਇਨਸਾਨੀ ਦੇਹ ਜਿਹੜੀ ਆ ਉਹ ਮਿਲਦੀ ਆ ਔਰ ਇਸੇ ਦੇਹ ਦੇ ਵਿੱਚ ਹੀ ਅਸੀਂ, ਇਸੇ ਸਰੀਰ ਦੇ ਵਿੱਚ ਹੀ ਅਸੀਂ ਜਿਹੜਾ ਵਾ ਪਰਮਾਤਮਾ ਦੀ ਬੰਦਗੀ ਕਰਦੇ ਹਾਂ। ਕਿਉਂਕਿ ਇੱਥੇ ਇਸ ਕਰਕੇ ਕਰਦੇ ਹਾਂ ਕਿਉਂਕਿ ਸਾਨੂੰ ਜਿਹੜੀ ਪਰਮਾਤਮਾ ਨੇ ਬੁੱਧੀ ਬਖਸ਼ੀ ਆ, ਸਾਨੂੰ ਪਰਮਾਤਮਾ ਨੇ ਜਿਹੜੀ ਬਾਣੀ ਪੜ੍ਹਨ ਦੀ ਜਿਹੜੀ ਆ ਇੱਕ ਤੌਫੀਕ ਬਖਸ਼ੀ, ਇੱਕ ਤਾਕਤ ਬਖਸ਼ੀ ਆ। ਪ੍ਰਭੂ ਦੇ ਗਾਨ ਗੁਣ ਜਿਹੜੇ ਆ ਉਹ ਅਸੀਂ ਇਸੇ ਜਾਮੇ ਵਿੱਚ ਗਾ ਸਕਦੇ ਹਾਂ। ਇਸ ਕਰਕੇ ਸਾਨੂੰ ਜਿਹੜਾ ਵਾ ਕਦੀ ਵੀ ਭੁੱਲ ਕੇ ਵੀ ਜਿਹੜੀ ਸੰਤਾਂ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ। ਕਿਉਂਕਿ ਜੇਕਰ ਕਰਾਂਗੇ ਤੇ ਫਿਰ ਜੇ ਸੰਤ ਦਾ ਫਟਕਾਰਿਆ ਹੋਇਆ ਜਿਹੜਾ ਬੰਦਾ ਵਾ
ਨਿਸ਼ਾਨ ਆ ਉਹਨੂੰ ਕਿਤੇ ਵੀ ਢੋਈ ਨਹੀਂ ਮਿਲਦੀ। ਅਤੇ ਇਸ ਕਰਕੇ ਸਾਧ ਸੰਗਤ ਜੀ ਹਮੇਸ਼ਾ ਜਿਹੜਾ ਵਾ ਸੰਤਾਂ ਦਾ ਸਤਿਕਾਰ ਕਰਿਆ ਕਰੋ ਔਰ ਉਹਨਾਂ ਦੀ ਵਡਿਆਈ ਕਰਿਆ ਕਰੋ, ਕਿਉਂਕਿ ਸੰਤ ਜਿਹੜੇ ਆ ਉਹ ਸਾਨੂੰ ਸਹੀ ਰਸਤਾ ਵਿਖਾਉਂਦੇ ਆ, ਉਹ ਸਾਨੂੰ ਸਾਡੇ ਜੀਵਨ ਨੂੰ ਜਿਹੜਾ ਸਵਾਰਦੇ ਆ, ਸਾਨੂੰ ਜਿਹੜਾ ਵਾ ਆਪਣੇ ਨਾਲ ਮਿਲਾਉਂਦੇ ਆ। ਪਰਮਾਤਮਾ ਦੇ ਜਿਹੜੇ ਦਰਸਾਏ ਹੋਏ ਮਾਰਗ 'ਤੇ ਸਾਨੂੰ ਚਲਾ ਕੇ ਸਾਡੇ ਜੀਵਨ ਨੂੰ ਰੁਸ਼ਨਾਉਂਦੇ ਆ, ਔਰ ਜਿਹੜਾ ਸਾਡਾ ਜੀਵਨ ਆ ਕਲਿਆਣ ਜਿਹੜਾ ਉਹਨੂੰ ਕਲਿਆਣ ਕਰ ਕਹਿਣ ਤੋਂ ਭਾਵ ਇਹ ਆ ਕਿ ਸਾਨੂੰ ਜਿਹੜੀ ਆ ਮੋਕਸ਼ ਦੀ ਪ੍ਰਾਪਤੀ ਜਾਂ ਜਿਹੜੀ ਜੀਵਨ ਮੁਕਤ ਹੋਣਾ ਵਾ, ਵਿਕਾਰਾਂ ਦੀ ਮੈਲ ਤੋਂ ਬਚਣਾ ਵਾ ਔਰ ਅਨੇਕਾਂ ਬੁਰਾਈਆਂ ਤੋਂ ਬਚਣਾ ਵਾ, ਅਤੇ ਸੰਤਾਂ ਦੀ ਸੰਗਤ ਜਿਹੜੀ ਕਰਨੀ ਉਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਰਨੀ ਚਾਹੀਦੀ ਆ। ਅਤੇ ਨਿੰਦਿਆ ਜਿਹੜੀ ਆ ਇਹਨਾਂ ਦੀ ਜਿਹੜੀ ਆ ਉਹ ਕਦੀ ਵੀ ਨਹੀਂ ਕਰਨੀ, ਕਿਉਂਕਿ ਜਿਹੜੀ ਨਿੰਦਿਆ ਕਰਨ ਦੇ ਨਾਲ ਆਪਾਂ ਨੂੰ ਵੱਖ-ਵੱਖ ਬੰਧਾਂ ਦੇ ਵਿੱਚ ਦੱਸਿਆ ਵਾ ਕਿ ਕਿੰਨੇ ਜਿਹੜੇ ਜੇਕਰ ਕਰਾਂਗੇ ਅਤੇ ਫਿਰ ਜਿਹੜੇ ਆ ਉਹ ਮਨੁੱਖ ਨੂੰ ਜਿਹੜੀ ਕਿਸੇ ਵੀ ਜਗ੍ਹਾ ਢੋਈ ਨਹੀਂ ਮਿਲਦੀ, ਉਹ ਥਾਂ ਥਾਂ 'ਤੇ ਭਟਕਦਾ ਫਿਰਦਾ ਵਾ, ਦੁਖੀ ਹੁੰਦਾ ਵਾ, ਪਰੇਸ਼ਾਨ ਰਹਿੰਦਾ ਸਾਰੀ ਜ਼ਿੰਦਗੀ। ਇਸ ਕਰਕੇ ਨਾਮ ਸਿਮਰਨ ਦੇ ਵਿੱਚ ਹੀ ਅਸਲ ਸ਼ਾਂਤੀ ਆ, ਅਸਲ ਸੁੱਖ ਆ, ਅਸਲ ਸਕੂਨ ਆ। ਸੋ ਆਪਣੇ ਜੀਵਨ ਨੂੰ ਸਵਾਰੀਏ। ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਨ ਕੀ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸੋ ਇਸ ਕਰਕੇ ਸਾਨੂੰ ਸਾਧ ਸੰਗਤ ਵਿੱਚ ਬੈਠ ਕੇ ਪਰਮਾਤਮਾ ਦੇ ਜਿਹੜੇ ਨਾਮ ਨੂੰ ਜਪਣਾ ਚਾਹੀਦਾ ਵਾ, ਸੰਤਾਂ ਦੀ ਜਿਹੜੀ ਸੰਗਤ ਕਰਨੀ ਚਾਹੀਦੀ ਆ। ਸੋ ਅੱਜ ਆਪਾਂ ਸਾਧ ਸੰਗਤ ਜੀ ਜਿਹੜੇ 4 ਪਦੇ ਨੇ 13ਵੀਂ ਅਸ਼ਟਪਦੀ ਦੇ, ਉਹਨਾਂ ਦੀ ਵਿਚਾਰ ਕੀਤੀ ਆ ਨਿਮਾਣੀ ਜੀ ਬੁੱਧ ਨਾਲ, ਔਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਮਿਹਰ ਕਰਨ, ਇਸੇ ਤਰ੍ਹਾਂ ਹੀ ਸਾਡੇ ਕੋਲੋਂ ਜਿਹੜੇ ਸ਼ਬਦ ਅਰਥ ਕਰਵਾਉਂਦੇ ਰਹਿਣ, ਅਤੇ ਆਪਾਂ ਇੱਕ ਕੋਸ਼ਿਸ਼ ਕਰਦੇ ਰਹੀਏ, ਗੁਰਬਾਣੀ ਦੇ ਨਾਲ ਜੁੜੇ ਰਹੀਏ, ਗੁਰੂ ਵਾਲੇ ਬਣੀਏ, ਔਰ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈ ਕੇ ਆਪਣੇ ਜੀਵਨ ਨੂੰ ਜਿਹੜਾ ਉਹ ਸਵਾਰੀਏ। ਇੰਨੀਆਂ ਕੁ ਬੇਨਤੀਆਂ ਜਿਹੜੀਆਂ ਮੇਰੀਆਂ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਦੀ ਖਿਮਾ। ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ 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 ਜੀ। ਵਾਹਿਗੁਰੂ 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 ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।